ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਤੁਹਾਡੇ ਨਾਲ ਅਜੀਬੋ ਗਰੀਬ ਘਟਨਾ ਸਾਂਝੀ ਕਰਨ ਜਾ ਰਹੇ ਹਾਂ। ਇੱਕ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਹੈ। ਗੁਰਸਿੱਖ ਪਰਿਵਾਰ ਹੁੰਦਾ ਹੈ। ਇਹ ਘਟਨਾ 5-10 ਸਾਲ ਪੁਰਾਣੀ ਘਟਨਾ ਹੈ ਸੱਚੀ ਘਟਨਾ। ਉਸ ਗੁਰਸਿੱਖ ਪਰਿਵਾਰ ਦੇ ਵਿੱਚ ਪਤਨੀ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਰਹਿੰਦੇ ਹਨ। ਕੁਝ ਸਮਾਂ ਪਾ ਕੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਦੋਨੇ ਵਿਯੋਗ ਦੇ ਵਿੱਚ ਥਾਂ ਭਟਕਦੇ ਹਨ ਕਿ ਇਸ ਪਰਮਾਤਮਾ ਨੇ ਸਾਨੂੰ ਇਕੱਲਾ ਕਰ ਦਿੱਤਾ ਹੈ। ਪਰਮਾਤਮਾ ਸਾਨੂੰ ਇੱਕ ਔਲਾਦ ਦੇ ਦੇ, ਇੱਕ ਪੁੱਤਰ ਦੀ ਦਾਤ ਬਖਸ਼ ਦੇ। ਅਸੀਂ ਇਸ ਦੁਨੀਆ ਦੇ ਵਿੱਚ ਇਕੱਲੇ ਰਹਿ ਗਏ ਹਾਂ। ਮਾਤਾ ਪਿਤਾ ਦੇ ਜਾਣ ਤੋਂ ਬਾਅਦ ਬਹੁਤ ਸਮਾਂ ਹੋ ਗਿਆ ਸੀ। ਉਸ ਗੁਰਸਿੱਖ ਜੋੜੇ ਦੇ ਘਰ ਹਾਲੇ ਤੱਕ ਔਲਾਦ ਨਹੀਂ ਸੀ। ਬਹੁਤ ਟਾਈਮ ਬਾਅਦ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਬੱਚਿਆਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਅਗਰ ਸਾਡੇ ਬੱਚਾ ਨਹੀਂ ਹੁੰਦਾ ਹੈ ਤਾਂ ਸਾਡਾ ਜੀਵਨ ਅਧੂਰਾ ਹੈ। ਕੁਝ ਕੁ ਦਿਨਾਂ ਬਾਅਦ ਦੋਵੇਂ ਪਤੀ ਪਤਨੀ ਗੁਰਦੁਆਰਾ ਸਾਹਿਬ ਜਾਂਦੇ ਹਨ, ਹਰਿਮੰਦਰ ਸਾਹਿਬ। ਉੱਥੇ ਸੁੱਖ ਕੇ ਆਉਂਦੇ ਹਨ। ਹੌਲੀ ਕਰਕੇ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਜਾ ਕੇ ਸੁਖਣਾ ਸੁੱਖ ਲੈਂਦੇ ਹਨ। ਉਹਨਾਂ ਨੂੰ ਵੀ ਸ਼ਾਇਦ ਯਾਦ ਨਾ ਹੋਵੇ ਕਿ ਆਪਾਂ ਕਿੱਥੇ ਸੁਖਣਾ ਸੁੱਖੀ ਹੈ ਪੁੱਤਰ ਦੇ ਲਈ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਬੰਦਾ ਕਹਿੰਦਾ ਹੈ ਕਿ ਹਜੂਰ ਸਾਹਿਬ ਜਾ ਕੇ ਆਓ, ਉੱਥੇ ਸੁਖਣਾ ਸੁੱਖ ਕੇ ਖਾਲੀ ਨਹੀਂ ਜਾਂਦੀ। ਉਹ ਗੁਰਸਿੱਖ ਪਰਿਵਾਰ ਕੁਝ ਸਮਾਂ ਆਪਣੇ ਕੰਮਾਂ ਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਹਜੂਰ ਸਾਹਿਬ ਦੇ ਲਈ ਟ੍ਰੇਨ ਤੇ ਯਾਤਰਾ ਲਈ ਤਿਆਰ ਹੋ ਜਾਂਦੇ ਹਨ। ਹਜੂਰ ਸਾਹਿਬ ਸੁਖਣਾ ਸੁਖਣ ਦੇ ਲਈ ਟ੍ਰੇਨ ਰਾਹੀਂ ਜਾਂਦੇ ਉਹਨਾਂ ਨੂੰ ਕੁਝ ਦਿਨ ਲੱਗ ਜਾਂਦੇ ਹਨ। ਜਿਵੇਂ ਹੀ ਉੱਥੇ ਪਹੁੰਚਦੇ ਹਨ ਤੇ ਪਰਮਾਤਮਾ ਦੇ ਪੈਰਾਂ ਦੇ ਵਿੱਚ ਡਿੱਗ ਪੈਂਦੇ ਹਨ। ਪਰਮਾਤਮਾ ਦੇ ਅੱਗੇ ਰੋ ਕੇ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗਣ ਲੱਗ ਜਾਂਦੇ ਹਨ ਤੇ ਉੱਥੇ ਗ੍ਰੰਥੀ ਸਿੰਘ ਤੋਂ ਅਰਦਾਸ ਵੀ ਕਰਵਾਉਂਦੇ ਹਨ ਕਿ ਪਰਮਾਤਮਾ ਸਾਨੂੰ ਇੱਕ ਔਲਾਦ ਦੇ ਦੇ। ਹਜੂਰ ਸਾਹਿਬ ਦੇ ਨਾਲ ਦੇ ਨੇੜਲੇ ਗੁਰਦੁਆਰਿਆਂ ਦੇ ਵਿੱਚ ਵੀ ਉਹ ਮੱਥਾ ਟੇਕਣ ਜਾਂਦੇ ਹਨ। ਜਿਵੇਂ ਹੀ ਘਰ ਵਾਪਸ ਪਰਤਦੇ ਹਨ, ਉਹਨਾਂ ਨਾਲ ਇੱਕ ਚਮਤਕਾਰ ਹੁੰਦਾ ਹੈ। ਉਹਨਾਂ ਨੂੰ ਉਸ ਗੁਰਸਿੱਖ ਦੀ ਪਤਨੀ ਇੱਕ ਦਿਨ ਅਚਾਨਕ ਬਿਮਾਰ ਹੋ ਜਾਂਦੀ ਹੈ ਤੇ ਉਹ ਡਾਕਟਰ ਦੇ ਕੋਲ ਚੈੱਕਅਪ ਕਰਾਉਣ ਦੇ ਲਈ ਜਾਂਦੇ ਹਨ ਕਿ ਪਤਨੀ ਨੂੰ ਅਜਿਹਾ ਕੀ ਹੋ ਗਿਆ, ਕੀ ਪਤਾ ਰਸਤੇ ਦੇ ਵਿੱਚ ਥਕਾਵਟ ਹੋ ਗਈ ਹੋਵੇ। ਇੰਨਾ ਲੰਮਾ ਸਫ਼ਰ ਆਪਾਂ ਤੈਅ ਕਰਕੇ ਆਏ ਹਾਂ। ਜਿਵੇਂ ਹੀ ਉਹ ਡਾਕਟਰ ਸਾਹਿਬ ਕੋਲ ਜਾਂਦੇ ਹਨ, ਡਾਕਟਰ ਸਾਹਿਬ ਕਹਿੰਦੇ ਹਨ ਕਿ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਇੱਕ ਖੁਸ਼ਖਬਰੀ ਸੁਣਾਉਣਾ ਚਾਹੁੰਦੇ ਹਾਂ ਕਿ ਤੁਹਾਡੀ ਪਤਨੀ ਗਰਭਵਤੀ ਹੈ। ਡਾਕਟਰ ਸਾਹਿਬ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾਉਂਦੇ ਹਨ। ਉਹ ਗੁਰਸਿੱਖ ਜੋੜਾ ਇੰਨੇ ਜ਼ਿਆਦਾ ਖੁਸ਼ ਹੁੰਦੇ ਹਨ ਜਿਵੇਂ ਪਰਮਾਤਮਾ ਨੇ ਉਹਨਾਂ ਦੀ 100 ਸਾਲ ਉਮਰ ਹੋਰ ਲੰਬੀ ਕਰ ਦਿੱਤੀ ਹੋਵੇ, ਜਿਵੇਂ ਉਹਨਾਂ ਨੇ ਸਭ ਕੁਝ ਪਾ ਲਿਆ ਹੋਵੇ ਦੁਨੀਆ ਤੋਂ। ਪਰਮਾਤਮਾ ਨੇ ਉਹਨਾਂ ਦੀ ਬਹੁਤ ਨੇੜੇ ਹੋ ਕੇ ਸੁਣੀ। ਉਸ ਪਰਮਾਤਮਾ ਦੇ ਕੋਲ ਅਗਰ ਸੱਚੇ ਮਨ ਨਾਲ ਜਾਈਏ ਤਾਂ ਉਹ ਨੀਤਾਂ ਨੂੰ ਮੁਰਾਦਾਂ ਜ਼ਰੂਰ ਲਗਾਉਂਦਾ ਹੈ ਤੇ ਗੁਰਸਿੱਖ ਜੋੜਾ ਚਾਈ ਕਰਦਾ ਘਰ ਵਾਪਿਸ ਆ ਜਾਂਦਾ ਹੈ। ਉਹ ਗੁਰਸਿੱਖ ਪਤੀ ਆਪਣੀ ਪਤਨੀ ਨੂੰ ਪਲੰਗ ਤੇ ਬਿਠਾ ਦਿੰਦਾ ਹੈ। ਅੱਜ ਤੋਂ ਬਾਅਦ ਤੂੰ ਕੋਈ ਕੰਮ ਕਾਰ ਨਹੀਂ ਕਰਨਾ, ਸਾਰੇ ਕੰਮ ਮੈਂ ਕਰ ਲਵਾਂਗਾ। ਤੂੰ ਬਸ ਇਸ ਪੇਟ ਦੇ ਵਿੱਚ ਪਲ ਰਹੇ ਬੱਚੇ ਦੀ ਦੇਖ ਰੇਖ ਕਰਨੀ ਹੈ ਤੇ ਖੁਸ਼ ਹੋ ਕੇ ਰਹਿਣਾ ਹੈ। ਉਹ ਗੁਰਸਿੱਖ ਪਤੀ ਆਪਣੀ ਪਤਨੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ। ਫਲ ਫਰੂਟ ਵਗੈਰਾ ਸਾਰੇ ਲਿਆ ਕੇ ਦਿੰਦਾ ਹੈ। ਉਸਨੂੰ ਇੰਨਾ ਚਾਅ ਜ਼ਿਆਦਾ ਹੁੰਦਾ ਹੈ ਕਿ ਮੇਰੀ ਪਰਮਾਤਮਾ ਨੇ ਬਹੁਤ ਨੇੜੇ ਹੋ ਕੇ ਸੁਣੀ ਹੈ। ਕੁਝ ਸਮਾਂ ਪਾ ਕੇ ਉਹਨਾਂ ਦੇ ਬੱਚਾ ਹੋ ਜਾਂਦਾ ਹੈ। 9 ਮਹੀਨੇ ਪੇਟ ਵਿੱਚ ਪਲਣ ਤੋਂ ਬਾਅਦ, ਮਾਂ ਦੇ ਪੇਟ ਦੇ ਵਿੱਚ ਪਲਣ ਤੋਂ ਬਾਅਦ ਉਹਨਾਂ ਜਨਮ ਲੈ ਲੈਂਦਾ ਹੈ ਤੇ ਉਹ ਪੁੱਤਰ ਦੁਨੀਆ ਤੇ ਆ ਜਾਂਦਾ ਹੈ। ਤੇ ਦੋਵੇਂ ਗੁਰਸਿੱਖ ਪਰਿਵਾਰ ਬਰਫੀ ਤੇ ਲੱਡੂ ਵੰਡਦੇ ਨਹੀਂ ਥੱਕਦੇ। ਘਰ ਵਧਾਈਆਂ ਲੈਣ ਵਾਲਿਆਂ ਦਾ ਵੀ ਲਾਈਨਾਂ ਲੱਗ ਜਾਂਦੀਆਂ ਹਨ ਤੇ ਉਹ ਗੁਰਸਿੱਖ ਪਰਿਵਾਰ ਸਭ ਦੀਆਂ ਝੋਲੀਆਂ ਭਰਦਾ ਹੈ। ਉਹ ਸੋਚਦੇ ਹਨ ਕੀ ਪਤਾ ਸਾਡੇ ਵਿਹੜੇ ਕੋਈ ਪਰਮਾਤਮਾ ਦੇ ਰੂਪ ਦੇ ਵਿੱਚ ਹੀ ਕੋਈ ਬੰਦਾ ਆ ਗਿਆ ਹੋਵੇ। ਇਸ ਕਰਕੇ ਉਹ ਕਿਸੇ ਨੂੰ ਵੀ ਖਾਲੀ ਨਹੀਂ ਮੋੜਨਾ ਚਾਹੁੰਦੇ। ਹੌਲੀ ਉਹ ਗੁਰਸਿੱਖ ਪਰਿਵਾਰ ਜਦੋਂ ਬੱਚਾ ਸਾਲਕ ਦਾ ਹੋ ਜਾਂਦਾ ਹੈ ਤਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਗੁਰੂ ਘਰ ਹੁੰਦੇ ਹਨ, ਜਿੱਥੇ ਉਹਨਾਂ ਨੇ ਸੁਖਣਾ ਸੁਖੀਆਂ ਹੁੰਦੀਆਂ ਹਨ, ਉਹ ਪੂਰੀਆਂ ਕਰਨ ਦੇ ਲਈ, ਮੱਥਾ ਟੇਕਣ ਦੇ ਲਈ ਗੁਰੂ ਘਰਾਂ ਦੇ ਵਿੱਚ ਜਾਂਦੇ ਹਨ। ਜਿਸ ਗੁਰਦੁਆਰਾ ਸਾਹਿਬ ਉਹਨਾਂ ਨੇ ਖੰਡ ਪਾਠ ਸੁੱਖੇ ਹੁੰਦੇ ਹਨ, ਉੱਥੇ ਖੰਡ ਪਾਠ ਵੀ ਕਰਵਾਉਂਦੇ ਹਨ। ਪਰ ਉਹਨਾਂ ਦੀ ਹਾਲੇ ਇੱਕ ਸੁਖਣਾ ਬਾਕੀ ਸੀ ਜਿਸ ਨੂੰ ਉਹ ਭੁੱਲ ਗਏ ਸਨ। ਕੁਝ ਸਮਾਂ ਪਾ ਕੇ ਉਹਨਾਂ ਨੂੰ ਯਾਦ ਆਉਂਦਾ ਹੈ। ਉਦੋਂ ਬੱਚਾ
ਬੱਚਾ 3 ਸਾਲ ਦਾ ਹੋ ਜਾਂਦਾ ਹੈ। ਬੱਚੇ ਦੇ ਪਿਤਾ ਇੱਕ ਦਿਨ ਅਚਾਨਕ ਕਹਿੰਦੇ ਹਨ, ਇੱਕ ਸੁਖਣਾ ਸ਼ਾਇਦ ਸਾਡੀ ਅਧੂਰੀ ਰਹਿ ਗਈ ਹੈ। ਹਜੂਰ ਸਾਹਿਬ ਦੀ ਆਪਣੀ ਪਤਨੀ ਦੇ ਨਾਲ ਗੱਲਾਂ ਕਰਦੇ ਹਨ ਕਿ ਆਪਾਂ ਇੱਕ ਦਿਨ ਹਜੂਰ ਸਾਹਿਬ ਜਾ ਕੇ ਆਈਏ ਤੇ ਇਹ ਵੀ ਸੁਖਣਾ ਆਪਾਂ ਲਾ ਕੇ ਆਈਏ। ਇੱਕ ਦਿਨ ਪੂਰੀ ਪਲੈਨਿੰਗ ਬਣਾ ਕੇ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਟ੍ਰੇਨ ਦੀਆਂ ਟਿਕਟਾਂ ਬੁੱਕ ਕਰਵਾ ਲੈਂਦੇ ਹਨ ਹਜੂਰ ਸਾਹਿਬ ਦੇ ਲਈ ਤੇ ਚਾਲੇ ਪਾ ਦਿੰਦੇ ਹਨ ਹਜੂਰ ਸਾਹਿਬ ਨੂੰ ਆਪਣੇ ਬੱਚੇ ਨੂੰ ਉੱਥੇ ਮੱਥਾ ਟਿਕਾਉਣ ਦੇ ਲਈ ਤੇ ਸੁਖਣਾ ਲਾਉਣ ਦੇ ਲਈ। ਪਰ ਉਸ ਗੁਰਸਿੱਖ ਨੂੰ ਇਹ ਨਹੀਂ ਸੀ ਪਤਾ, ਗੁਰਸਿੱਖ ਪਰਿਵਾਰ ਨੂੰ, ਕਿ ਇਹ ਉੱਥੇ ਸਾਡੀਆਂ ਖੁਸ਼ੀਆਂ ਜਾ ਕੇ ਮਾਤਮ ਦੇ ਵਿੱਚ ਬਦਲ ਜਾਣਗੀਆਂ। ਸਿੱਖ ਪਰਿਵਾਰ ਬਹੁਤ ਖੁਸ਼ ਜਾਂਦਾ ਹੈ, ਉੱਥੇ ਅਰਦਾਸ ਬੇਨਤੀ ਕਰਵਾਉਂਦਾ ਹੈ, ਜਾ ਕੇ ਮੱਥਾ ਟੇਕਦੇ ਹਨ, 11 ਕਿਲੋ ਲੱਡੂਆਂ ਦਾ ਪ੍ਰਸ਼ਾਦ ਵੀ ਚੜਾਉਂਦੇ ਹਨ, ਜਾ ਕੇ ਗੁਰੂ ਘਰ ਦੀ ਦੇਗ ਵੀ ਕਰਵਾਉਂਦੇ ਹਨ ਕਿ ਹੇ ਪਰਮਾਤਮਾ ਤੂੰ ਸਾਡੀ ਬਹੁਤ ਨੇੜੇ ਹੋ ਕੇ ਸੁਣੀ ਹੈ, ਸਾਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਇਵੇਂ ਹੀ ਹਜੂਰ ਸਾਹਿਬ ਅਰਦਾਸ ਬੇਨਤੀ ਕਰਕੇ ਉਹ ਪਰਿਵਾਰ ਨਿਕਲਦਾ ਹੈ ਤੇ ਹੋਰ ਗੁਰਧਾਮਾਂ ਤੇ ਮੰਦਰਾਂ ਦੇ ਦਰਸ਼ਨ ਕਰਨ ਦੇ ਲਈ ਨਿਕਲਦਾ ਹੈ। ਰਸਤੇ ਦੇ ਵਿੱਚ ਜਿਹਾ ਭਾਣਾ ਵਾਪਰ ਜਾਂਦਾ ਹੈ, ਇੱਕ ਫੁੱਲ ਹੁੰਦਾ ਹੈ ਰਸਤੇ ਦੇ ਵਿੱਚ, ਬੱਚਾ ਦੇਖ ਕੇ ਉਸਦੇ ਵੱਲ ਦੌੜਾ ਜਾਂਦਾ ਹੈ। ਜਿਵੇਂ ਹੀ ਉਸ ਫੁੱਲ ਨੂੰ ਤੋੜਦਾ ਹੈ ਉਹ ਬੱਚਾ, ਉਸ ਫੁੱਲ ਨਾਲ ਉਹ ਖੇਡਣ ਲੱਗਦਾ ਹੈ। ਥੋੜਾ ਸਮਾਂ ਪਾ ਕੇ ਉਸ ਬੱਚੇ ਦਾ ਸਰੀਰ ਜਿਹੜਾ ਨੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹ ਫੁੱਲ ਕਾਫੀ ਜ਼ਹਿਰੀਲਾ ਹੁੰਦਾ ਹੈ। ਉਸ ਪਰਿਵਾਰ ਨੂੰ ਵੀ ਨਹੀਂ ਪਤਾ ਇਹ ਫੁੱਲ ਕਿੰਨਾ ਜ਼ਹਿਰੀਲਾ ਹੈ। ਕੁਝ ਸਮਾਂ ਪਾ ਕੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਉਹ ਪਰਿਵਾਰ ਧਾਹਾਂ ਮਾਰ ਕੇ ਰੋਣ ਲੱਗਦਾ ਹੈ, ਹੇ ਪਰਮਾਤਮਾ ਤੂੰ ਸਾਨੂੰ ਪੁੱਤਰ ਦੀ ਦਾਤ ਬਖਸ਼ੀ, ਲੇਕਿਨ ਤੋਂ ਬਾਅਦ ਖੋ ਵੀ ਲਿਆ ਪੁੱਤ। ਅਜਿਹਾ ਪਾਪ ਕੀ ਹੋ ਗਿਆ? ਅਸੀਂ ਤਾਂ ਸਭ ਸੁਖਣਾ ਵੀ ਲਾਈਆਂ ਹਨ। ਪੂਰਾ ਪਰਿਵਾਰ ਉਸ ਬੱਚੇ ਨੂੰ ਲੈ ਕੇ ਹਸਪੀਟਲ ਦੇ ਵਿੱਚ ਜਾਂਦੇ ਹਨ, ਲੇਕਿਨ ਡਾਕਟਰ ਉੱਥੇ ਜਵਾਬ ਦੇ ਦਿੰਦੇ ਹਨ ਕਿ ਬੱਚੇ ਦੇ ਸਾਹ ਮੁੱਕ ਗਏ ਹਨ, ਇਸ ਨੂੰ ਹੁਣ ਤੁਸੀਂ ਘਰ ਲੈ ਜਾਓ। ਆਂਦੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਸਾਧੂ ਮਿਲਦਾ ਹੈ। ਸਾਧੂ ਪੁੱਛਦਾ ਹੈ ਕੀ ਹੋਇਆ ਹੈ ਇਸ ਬੱਚੇ ਨੂੰ, ਤਾਂ ਸਾਰੀ ਦਾਸਤਾਨ ਉਹ ਪਤੀ ਪਤਨੀ ਉਸ ਨੂੰ ਦੱਸਦੇ ਹਨ ਸਾਧੂ ਨੂੰ। ਅੱਗੋਂ ਸਾਧੂ ਕੀ ਬਚਨ ਕਰਦੇ ਹਨ, ਉਹ ਕਹਿੰਦੇ ਹਨ ਕਿ ਇਸ ਬੱਚੇ ਦਾ ਲੇਖਾ ਜੋਖਾ ਤੁਹਾਡੀ ਜ਼ਿੰਦਗੀ ਵਿੱਚ ਇੰਨਾ ਹੀ ਸੀ, ਇਸਦੀ ਜ਼ਿੰਦਗੀ ਇੰਨੀ ਹੀ ਲਿਖੀ ਗਈ ਸੀ, ਤੁਹਾਡੇ ਨਾਲ ਇੰਨਾ ਸਮਾਂ ਹੀ ਰਹਿਣਾ ਸੀ, ਇਸਨੇ ਇੰਨਾ ਕਿ ਸਮਾਂ ਬਿਤਾਉਣਾ ਸੀ ਤੁਹਾਡੇ ਦੇ ਨਾਲ। ਕੁਝ ਸਮਾਂ ਪਾ ਕੇ 1 ਸਾਲ ਬਾਅਦ ਤੁਹਾਡੇ ਇੱਕ ਬੱਚਾ ਹੋਰ ਹੋਵੇਗਾ, ਉਸਦਾ ਸਾਥ ਤੁਹਾਨੂੰ ਜ਼ਿੰਦਗੀ ਭਰ ਮਿਲੇਗਾ। ਇਸ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਮੰਨ ਲਵੋ, ਪਰਮਾਤਮਾ ਤੇ ਭਰੋਸਾ ਰੱਖੋ, ਵਾਹਿਗੁਰੂ ਤੇ ਭਰੋਸਾ ਰੱਖੋ, ਕਦੀ ਵੀ ਆਸ ਨਾ ਛੱਡੋ। ਦਾ ਤਾਂ ਬਹਾਨਾ ਬਣਨਾ ਸੀਗਾ,